ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ। ਗੁਰੂ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਗੁਰਗੋਦ ਵਿੱਚ ਸਜ ਬੈਠੀ ਸਨਮਾਨਯੋਗ ਸਾਧ ਸੰਗਤ, ਗੁਰੂ ਬਖਸ਼ੀ ਗੁਰਫਤਿਹ ਦੀ ਸਾਂਝ ਕਰਨੀ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਬਖਸ਼ਿਸ਼ ਕਿਰਪਾ ਦਿਆਲਤਾ ਸਦਕਾ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ ਕਦਰੀ ਬਾਬਿਆਂ ਦੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ, ਜੋ ਕਿ ਅਸੀਂ ਸਾਲਾਨਾ ਮਹਾਨ ਗੁਰਮਤਿ ਸਮਾਗਮ ਖਾਲਸਾ ਸਾਜਨਾ ਦਿਵਸ ਵਿਸਾਖੀ ਗੁਰੂ ਬਖਸ਼ਿਸ਼ ਸਦਕਾ ਹਰ ਸਾਲ ਆਪਾਂ ਗੁਰੂ ਸਾਹਿਬ ਜੀ ਨੂੰ ਔਰ ਗੁਰੂ ਸਾਹਿਬ ਜੀ ਦੀਆਂ ਦਾਤਾਂ ਬਖਸ਼ਿਸ਼ਾਂ ਨੂੰ ਯਾਦ ਕਰਦੇ ਹਾਂ। ਹੁਣ ਮਨ ਦੇ ਵਿੱਚ ਸਾਡੇ ਇਹ ਵੀ ਖਿਆਲ ਆ ਸਕਦਾ ਹੈ ਕਿ ਦਿਹਾੜਾ ਆਪਾਂ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਮਨਾ ਰਹੇ ਹਾਂ, ਪਰ ਇੱਥੇ ਕਥਾ ਇਹ ਜੀ ਆਨੰਦ ਸਾਹਿਬ ਦੀ ਸ਼ੁਰੂ ਕੀਤੀ ਹੈ। ਸੁਭਾਵਕ ਹੈ ਤੁਹਾਡਾ ਕੁਐਸਚਨ, ਤੁਹਾਡੇ ਖਿਆਲ ਵੀ ਠੀਕ ਹੋਣਗੇ, ਪਰ ਜਿਹੜਾ ਖਾਲਸਾ ਸਾਜਨਾ ਦਿਵਸ ਹੈ ਤੇ ਜਦੋਂ ਖਾਲਸੇ ਦੀ ਸਾਜਨਾ ਕੀਤੀ ਤੇ ਫਿਰ ਉਸ ਸਮੇਂ ਜਿਹੜੀ ਬਾਣੀ ਅਖੀਰ ਵਿੱਚ ਪੜ੍ਹੀ ਗਈ ਆਨੰਦ ਸਾਹਿਬ, ਜੇ ਮੈਂ ਇਉਂ ਕਹਿ ਲਵਾਂ ਕਿ ਖਾਲਸਾ ਸਾਜਨਾ ਦਿਵਸ ਦਾ ਸਾਰਾ ਨਿਚੋੜ ਹੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਛੁਪਿਆ ਹੈ। ਨਾਲੋਂ ਨਾਲ ਆਪਾਂ ਬੇਨਤੀ ਕਰਾਂਗੇ, ਮਹੀਨੇ ਹੋਰ ਵੀ ਬਹੁਤ ਨੇ, ਮਹੀਨਾ ਕੋਈ ਵਿਸ਼ੇਸ਼ ਇਹ ਨਹੀਂ ਹੋ ਸਕਦਾ ਕਿ ਇਹ ਮਹੀਨਾ ਬਹੁਤ ਚੰਗਾ ਹੈ, ਇਹ ਦਿਨ ਬਹੁਤ ਚੰਗਾ ਹੈ, ਇਹ ਦਿਨ ਬਹੁਤ ਮਾੜਾ ਹੈ। ਦਰਅਸਲ ਮਹੀਨੇ ਤੇ 12 ਵੀ ਨੇ, ਪਰ ਇਹਨਾਂ 12 ਮਹੀਨਿਆਂ ਦੇ ਵਿੱਚੋਂ
ਚੇਤ ਤੋਂ ਬਾਅਦ ਜਿਹੜਾ ਦੂਜਾ ਮਹੀਨਾ ਸ਼ੁਰੂ ਹੁੰਦਾ ਹੈ ਵਿਸਾਖ ਦਾ, ਇਹਨੂੰ ਕੌਮ ਦੇ ਵਿੱਚ ਇੰਨੀ ਮਹੱਤਤਾ, ਇੰਨਾ ਮਾਣ, ਇੰਨੇ ਅਦਬ ਸਤਿਕਾਰ ਦੇ ਨਾਲ ਕਿਉਂ ਯਾਦ ਕੀਤਾ ਜਾਂਦਾ ਹੈ? ਕਿਉਂਕਿ ਇੱਕ ਵਿਸਾਖ ਨੂੰ ਤੇ 1699 ਦੀ ਵਿਸਾਖੀ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਹਿਨੁਮਾਈ ਸਦਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸਾ ਪ੍ਰਗਟ ਕੀਤਾ। ਜਦੋਂ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਪੜ੍ਹਦੇ ਹਾਂ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਲਿਖਣ ਦਾ ਜਿਨ੍ਹਾਂ ਨੂੰ ਸੁਭਾਗ ਪ੍ਰਾਪਤ ਹੋਇਆ, ਪਹਿਲੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਵਾ। ਕਿਉਂਕਿ ਸਾਡਾ ਤੁਹਾਡਾ ਜਨਮ ਹੁੰਦਾ ਹੈ ਤੇ ਜਿਹਦਾ ਜਨਮ ਹੋਇਆ ਤੇ ਉਹਦੀ ਮੌਤ ਵੀ ਲਾਜ਼ਮੀ ਹੋਏਗੀ, ਪਰ ਜਿਹੜਾ ਗੁਰੂ ਹੈ ਉਹ ਜਨਮ ਤੇ ਮਰਨ ਦੇ ਚੱਕਰ ਤੋਂ ਪਰੇ ਹੈ। ਗੁਰੂ ਦਾ ਕਦੀ ਜਨਮ ਨਹੀਂ ਹੁੰਦਾ, ਉਹ ਤੇ ਪ੍ਰਗਟ ਹੁੰਦਾ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਰੀਰਕ ਤੌਰ ਤੇ ਤਾਂ ਆਪਾਂ ਕਹਿ ਸਕਦੇ ਹਾਂ ਉਹਨਾਂ ਦਾ ਜਨਮ ਵੀ ਹੋਇਆ ਨਨਕਾਣਾ ਸਾਹਿਬ ਦੀ ਧਰਤੀ ਤੇ। ਮਹਿਤਾ ਕਲਿਆਣ ਦਾਸ ਜੀ ਪਿਤਾ ਨੇ, ਮਾਤਾ ਤ੍ਰਿਪਤਾ ਜੀ ਉਹਨਾਂ ਦੇ ਮਾਤਾ ਜੀ ਨੇ, ਵੱਡੀ ਭੈਣ ਨਾਨਕੀ ਹੈ। ਇਹ ਤਾਂ ਡੇਟ ਤਰੀਕ ਹੋ ਗਈ ਉਹਨਾਂ ਦੇ ਸਰੀਰ ਦੇ ਜਨਮ ਦੀ, ਤੇ ਜਦੋਂ ਉਹ ਜੋਤੀ ਜੋਤ ਸਮਾਏ ਉਹ ਵੀ ਬਕਾਇਦਾ ਤਰੀਕ ਹੈ। ਪਰ ਇੱਥੇ ਗੱਲ ਹੈ ਅਧਿਆਤਮਕ ਦੀ ਵੀ। ਗੁਰੂ ਹੈ ਨਾ ਜਿਹੜਾ, ਉਹਦਾ ਜਨਮ ਨਹੀਂ ਹੁੰਦਾ, ਗੁਰੂ ਹਮੇਸ਼ਾ ਪ੍ਰਗਟ ਹੁੰਦਾ ਹੈ। ਤੇ ਜਿਹੜੀ ਚੀਜ਼ ਪ੍ਰਗਟ ਹੁੰਦੀ ਹੈ ਉਹ ਚੀਜ਼ ਕਦੀ ਖਤਮ ਨਹੀਂ ਹੁੰਦੀ, ਉਹ ਕਦੀ ਨਹੀਂ ਮਰਦੀ। ਇਸੇ ਤਰ੍ਹਾਂ ਫਿਰ ਦੂਸਰੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਜਿਹੜੇ ਹਨ, ਉਹਨਾਂ ਨੇ ਫਿਰ ਖਾਲਸਾ ਸਾਜਨਾ ਦਿਵਸ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਮਹਾਨ ਕੌਤਕ ਵਰਤਾਏ, ਉਹਨਾਂ ਦੇ ਸੰਬੰਧ ਵਿੱਚ ਉਹ ਕਹਿੰਦੇ, ਵਹਿ ਪ੍ਰਗਟਿਓ ਮਰਦ ਅਗੰਮੜਾ। ਵਰਿਆਮ ਅਕੇਲਾ, ਵਰਿਆਮ ਦੇ ਅਰਥ ਹੁੰਦੇ ਨੇ ਯੋਧਾ ਸੂਰਬੀਰ। ਵਹਿ ਪ੍ਰਗਟਿਓ, ਪਹਿਲੇ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ ਪ੍ਰਗਟਿਓ। 10ਵੇਂ ਜਾਮੇ ਦੇ ਵਿੱਚ ਜਦੋਂ ਉਹੀ ਗੁਰੂ ਨਾਨਕ 10ਵਾਂ ਜਾਮਾ ਧਾਰਨ ਕਰਕੇ ਆਇਆ, ਤੇ ਫਿਰ ਦੂਸਰੇ ਭਾਈ ਗੁਰਦਾਸ ਸਾਹਿਬ ਜੀ ਵੀ ਉਹਨਾਂ ਪ੍ਰਤੀ ਲਫ਼ਜ਼ ਜਨਮ ਨਹੀਂ ਵਰਤਦੇ, ਉਹਨਾਂ ਲਈ ਵੀ ਪ੍ਰਗਟ ਹੀ ਵਰਤ ਰਹੇ ਨੇ। ਤੇ ਮੈਂ ਬੇਨਤੀ ਕਰ ਰਿਹਾ ਸਾਂ ਕਿ ਜਿਹੜੀ ਆਨੰਦ ਸਾਹਿਬ ਦੀ ਬਾਣੀ ਹੈ, ਉਸ ਸਮੇਂ ਸਾਨੂੰ ਅੰਮ੍ਰਿਤ ਦੀ ਦਾਤ ਜਦੋਂ ਦਿੱਤੀ ਜਾਂਦੀ ਹੈ, ਅਜੇ ਮੈਂ ਆਪਾਂ ਕੇਵਲ ਬਾਣੀ ਆਰੰਭ ਕੀਤੀ ਹੈ। ਹੁਣ ਕਈ ਦਫਾ ਜੇ ਮਨ ਵਿੱਚ ਆਏ ਜੀ ਵਿਸਾਖੀ ਦੇ ਦਿਹਾੜੇ ਦੀ, ਫਿਰ ਤੁਸੀਂ ਵਿਚਾਰ ਨਹੀਂ ਕਰੋਗੇ, ਕਰਾਂਗੇ ਆਪਾਂ ਨਾਲੋਂ ਨਾਲ ਗੁਰਬਾਣੀ ਲੈ ਕੇ ਇਤਿਹਾਸ ਨੂੰ ਵੀ ਲੈ ਕੇ ਚੱਲਾਂਗੇ ਕਿ ਕਿਵੇਂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਨੇ ਬਖਸ਼ਿਸ਼ਾਂ ਕੀਤੀਆਂ, ਰਹਿਮਤਾਂ ਵਰਤਾਈਆਂ। ਤੇ ਅੱਜ ਦੀ ਜਿਹੜੀ ਆਨੰਦ ਸਾਹਿਬ ਜੀ ਦੀ ਤੀਸਰੀ ਪੌੜੀ ਹੈ, ਉਹਦੇ ਵਿੱਚ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਉਪਦੇਸ਼ ਮਾਨਵਤਾ ਨੂੰ, ਖਲਕਤ ਨੂੰ ਦੇ ਰਹੇ ਨੇ। ਇਹ ਲਗਭਗ ਇਹ ਪੌੜੀਆਂ ਸਾਨੂੰ ਤੁਹਾਨੂੰ ਸਭ ਨੂੰ ਯਾਦ ਨੇ, ਪਰ ਇਹਦਾ ਜੋ ਰਹੱਸ ਹੈ, ਜੋ ਇਹਦਾ ਸਾਰੰਸ਼ ਹੈ, ਜੋ ਸਿੱਖਿਆ ਹੈ, ਇਹ ਉਦੋਂ ਹੀ ਸਮਝ ਲੱਗਣੀ ਹੈ ਜਦੋਂ ਆਪਾਂ ਇਹਦੀ ਵਿਚਾਰ ਨੂੰ ਸੁਣਾਂਗੇ। ਫਿਰ ਇੱਕ ਹੋਰ ਬੇਨਤੀ ਕਰਾਂ, ਜਿਵੇਂ ਮੇਰੇ ਹਿੰਦੂ ਵੀਰ ਨੇ, ਹਿੰਦੂ ਭਰਾ ਨੇ, ਉਹ ਜਦੋਂ ਮੰਦਿਰ ਵਿੱਚ ਜਾਂਦੇ ਨੇ ਤੇ ਉਹਨਾਂ ਦਾ ਮੰਦਿਰ ਵਿੱਚ ਜਾਣਾ ਕੇਵਲ ਤੇ ਕੇਵਲ ਦਰਸ਼ਨਾਂ ਤੇ ਖਲੋਤਾ ਹੈ। ਉਹ ਮੰਦਿਰ ਵਿੱਚ ਜਾਂਦੇ ਨੇ, ਮੂਰਤੀ ਸਥਾਪਿਤ ਹੈ, ਉਸ ਮੂਰਤੀ ਨੂੰ ਉਹ ਭਗਵਾਨ ਦੇ ਰੂਪ ਦੇ ਵਿੱਚ ਦਰਸ਼ਨ ਕਰਦੇ ਨੇ। ਉਹਨਾਂ ਦਾ ਮੰਦਿਰ ਵਿੱਚ ਜਾਣਾ ਕੇਵਲ ਤੇ ਕੇਵਲ ਦਰਸ਼ਨ ਕਰਨ ਦੇ ਉੱਪਰ ਹੀ ਹੈ। ਜਿਹੜੇ ਮੁਸਲਮਾਨ ਵੀਰ ਨੇ ਉਹ ਮਸਜਿਦ ਵਿੱਚ ਜਾਂਦੇ ਨੇ, ਉੱਥੇ ਇੱਕ ਕਈ ਜਗ੍ਹਾ ਪੱਥਰ ਦੀ ਕਬਰ ਵੀ ਬਣਾਈ ਹੁੰਦੀ ਹੈ, ਤੇ ਉਹ ਮੁਸਲਮਾਨ ਵੀਰ ਉੱਥੇ ਜਾ ਕੇ ਸਿਜਦਾ ਕਰਦੇ ਨੇ। ਪਰ ਉੱਥੇ ਉਹ ਜਿਹੜਾ ਸਿਜਦਾ ਕਰ ਰਹੇ ਨੇ ਤੇ ਨਾਲੋਂ ਨਾਲ ਉਹ ਪੜ੍ਹਦੇ ਵੀ ਨੇ, ਕਿਉਂਕਿ ਇੱਕੋ ਹੀ ਜਿਹੜਾ ਕਾਜ਼ੀ ਮੌਲਵੀ ਹੈ ਉਹੀ ਜਾ ਕੇ 5 ਨਮਾਜ਼ਾਂ ਪੜ੍ਹਦਾ ਹੈ। ਮੁਸਲਮਾਨ ਧਰਮ ਹੈ ਜਿਹੜਾ ਇਹ ਖਲੋਤਾ ਹੈ ਪੜ੍ਹਨ ਤੇ, ਉਹ ਜਾਂਦੇ ਨੇ ਨਮਾਜ਼ ਪੜ੍ਹਨ। ਪਰ ਸਿੱਖ ਧਰਮ ਇੱਕ ਵਿਲੱਖਣਤਾ ਇਹਦੇ ਵਿੱਚ ਇਹ ਹੈ, ਜਿੱਥੇ ਅਸੀਂ ਗੁਰੂ ਦਰਬਾਰ ਦੇ ਵਿੱਚ ਆਉਂਦੇ ਹਾਂ
ਨੇਤਰਾਂ ਦੇ ਨਾਲ ਦਰਸ਼ਨ ਕਰਦੇ ਹਾਂ, ਕਿਉਂਕਿ ਦੇਖਣਾ ਜਿਹੜਾ ਇਹ ਬਹੁਤਾ ਔਖਾ ਨਹੀਂ, ਕੋਈ ਵੀ ਇੱਧਰ ਉੱਧਰ ਵੇਖ ਸਕਦਾ ਹੈ। ਦੇਖਣ ਦੇ ਨਾਲੋਂ ਪੜ੍ਹਨਾ ਬਹੁਤ ਔਖਾ ਹੈ। ਪੜ੍ਹਨ ਦੇ ਵਾਸਤੇ ਤੁਹਾਡੇ ਦਿਮਾਗ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ। ਦੇਖਣਾ ਔਖਾ ਨਹੀਂ, ਦੇਖਣ ਨਾਲੋਂ ਪੜ੍ਹਨਾ ਔਖਾ ਹੈ, ਪਰ ਪੜ੍ਹਨ ਦੇ ਨਾਲੋਂ ਸੁਣਨਾ ਬਹੁਤ ਔਖਾ ਹੈ। ਤੇ ਗੁਰਮਤ ਦੇ ਵਿੱਚ, ਗੁਰੂ ਘਰ ਦੇ ਵਿੱਚ ਇਹ ਤਿੰਨੇ ਚੀਜ਼ਾਂ ਨੇ। ਆਪਾਂ ਆ ਕੇ ਦਰਸ਼ਨ ਵੀ ਕਰਦੇ ਹਾਂ, ਆਪਾਂ ਆ ਕੇ ਬਾਣੀ ਨੂੰ ਪੜ੍ਹਦੇ ਵੀ ਹਾਂ, ਪਰ ਪੜ੍ਹਨ ਨਾਲੋਂ ਔਖਾ ਹੈ ਸੁਣਨਾ। ਆਖਣ ਔਖਾ ਸਾਚਾ ਨਾਉ, ਝੂਠ ਸੁਣਨਾ ਕੋਈ ਔਖਾ ਨਹੀਂ ਹੁੰਦਾ। ਭਾਵੇਂ ਸਾਰਾ ਦਿਨ ਗਪੌੜ ਛੱਡੀ ਜਾਓ, ਬੰਦਾ ਕਦੀ ਨਹੀਂ ਅੱਕਦਾ। ਪਰ ਜੇ ਕਿਤੇ ਇੱਕ ਸਚਾਈ ਸੁਣਨੀ ਪੈ ਜੇ ਤਾਂ ਫਿਰ ਬੰਦਾ ਉਥੋਂ ਨਾਲ ਦੀ ਨਾਲ ਭਜਣਾ ਸ਼ੁਰੂ ਕਰਦਾ ਹੈ। ਤੇ ਇਸੇ ਲਈ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ ਵੀ ਜਿੱਥੇ ਉਹ ਦਰਸ਼ਨ ਕਰਦੇ ਨੇ ਅੱਖਾਂ ਦੇ ਨਾਲ, ਮੁਸਲਮਾਨ ਵੀਰ ਨਮਾਜ਼ ਪੜ੍ਹਦੇ ਨੇ, ਪਰ ਗੁਰਮਤ ਦੇ ਵਿੱਚ ਦਰਸ਼ਨ ਵੀ ਨੇ, ਗੁਰਮਤ ਵਿੱਚ ਪੜ੍ਹਨਾ ਵੀ ਹੈ, ਗੁਰਮਤ ਵਿੱਚ ਸੁਣਨਾ ਵੀ ਹੈ। ਤੋ ਆਓ ਉਹ ਲਾਹਾ ਆਪਾਂ ਪ੍ਰਾਪਤ ਕਰ ਰਹੇ ਹਾਂ। ਮੱਥਾ ਟੇਕਦੇ ਹਾਂ, ਗੁਰੂ ਸਾਹਿਬ ਨੂੰ ਦਰਸ਼ਨ ਕਰਦੇ ਹਾਂ। ਕਿਸੇ ਦਾ ਦਿਲ ਕਰਦਾ ਉਹ ਕਥਾ ਕੀਰਤਨ ਤੋਂ ਬਾਅਦ ਉਹ ਬਾਣੀ ਪੜ੍ਹ ਵੀ ਸਕਦਾ ਹੈ। ਤੇ ਸੰਗਤ ਦੇ ਵਿੱਚ ਤੁਸੀਂ ਬੈਠੇ ਹੋ, ਬਾਣੀ ਸੁਣ ਰਹੇ ਹੋ, ਤੇ ਸੁਣਨ ਦੇ ਵਾਸਤੇ ਇਕਾਗਰਤਾ ਬਹੁਤ ਚਾਹੀਦੀ ਹੈ। ਵੇਖੋ, ਦੋ ਬੰਦੇ ਗੱਲਾਂ ਕਰਦੇ ਹੋਣ, ਤੀਜਾ ਬੰਦਾ ਆ ਕੇ ਬੋਲਣ ਲੱਗ ਪਏ, ਤਾਂ ਫਿਰ ਜਿਹੜੇ ਬੰਦੇ ਗੱਲਾਂ ਕਰ ਰਹੇ ਸਨ ਉਹ ਕਹੇਗਾ ਇਹ ਤੀਜਾ ਵਿੱਚ ਆ ਗਿਆ, ਮੈਨੂੰ ਸਮਝ ਨਹੀਂ ਪਈ, ਮੈਂ ਸੁਣਿਆ ਨਹੀਂ, ਦੁਬਾਰੇ ਦੱਸੀ। ਇਹਦਾ ਮਤਲਬ ਵੀ ਸੁਣਨ ਦੇ ਵਾਸਤੇ ਇਕਾਗਰਤਾ ਦਾ ਹੋਣਾ ਬੜਾ ਲਾਜ਼ਮੀ ਹੈ। ਤੋ ਸਤਿਗੁਰੂ ਜੀ ਮਿਹਰ ਕਰਨ। ਆਓ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੋ ਉਪਦੇਸ਼, ਜੋ ਸੰਦੇਸ਼ ਬਖਸ਼ਿਸ਼ ਕਰ ਰਹੇ ਨੇ ਉਹ ਸ਼ਰਵਣ ਕਰੀਏ। ਸਾਰੀ ਸੰਗਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਹੇ ਮੇਰੇ ਮਾਲਕ ਸਦੀਵੀ, ਸਥਿਰ ਰਹਿਣ ਵਾਲੇ ਮੇਰੇ ਪਰਮਾਤਮਾ, ਤੂੰ ਸਦੀਵੀ ਰਹਿੰਦਾ ਹੈ, ਤੂੰ ਨੇਚਲ ਹੈ। ਬਾਕੀ ਜਿਹੜੀ ਦੁਨੀਆ ਆ ਰਹੀ ਹੈ, ਦੁਨੀਆ ਜਾ ਰਹੀ ਹੈ, ਆਉਣਾ ਜਾਣਾ ਇੱਥੇ ਬਣਿਆ ਹੈ। ਜਿਸ ਚੀਜ਼ ਦਾ ਜਨਮ ਹੋਇਆ ਤੇ ਉਹਦੀ ਮੌਤ ਅਵਸ਼ ਹੈ। ਜਿਹੜਾ ਮਕਾਨ ਬਣਿਆ ਟਾਈਮ ਪਾ ਕੇ, ਸਮਾਂ ਪਾ ਕੇ ਉਹਨੇ ਢਹਿ ਵੀ ਜਾਣਾ ਹੈ। ਪਰ ਮਾਲਕ ਨੂੰ, ਅਕਾਲ ਪੁਰਖ ਨੂੰ ਨੇਚਲ ਕਿਉਂ ਕਹਿੰਦੇ ਨੇ? ਭਾਵ ਇਹ ਚਲਾਏ ਮਾਨ ਨਹੀਂ, ਇਹ ਸਥਿਰ ਹੈ। ਤੋ ਗੁਰੂ ਸਾਹਿਬ ਜੀ ਕਹਿੰਦੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਹੇ ਸਦਾ ਕਾਇਮ ਰਹਿਣ ਵਾਲੇ ਮਾਲਕ, ਹੇ ਪ੍ਰਮਾਤਮਾ ਵਾਹਿਗੁਰੂ ਜੀ, ਹੇ ਪ੍ਰਭੂ ਜੀ, ਮੈਂ ਤੇਰੇ ਦਰ ਤੋਂ ਮਨ ਦਾ ਆਨੰਦ ਮੰਗਦਾ ਹਾਂ। ਆਨੰਦ ਤੁਸੀਂ ਪੂਰੀ ਦੁਨੀਆ ਘੁੰਮ ਲਓ, ਅਮਰੀਕਾ ਵਿੱਚ ਬੈਠੇ ਹੋ, ਪੂਰੀ ਘੁੰਮ ਲਓ, ਪੂਰਾ ਵਿਸ਼ਵ ਘੁੰਮ ਲਓ, ਤੁਸੀਂ ਜਿੰਨੀ ਮਰਜ਼ੀ ਮਾਇਆ ਖਰਚ ਕਰਦੇ ਹੋ, ਕਿਸੇ ਸ਼ੌਪ ਤੇ ਕਿਸੇ ਮਾਲ ਵਿੱਚ ਜਾ ਕੇ ਕਹੋ ਕਿ ਮੈਨੂੰ $50 ਦਾ ਆਨੰਦ ਚਾਹੀਦਾ, ਨਹੀਂ ਮਿਲਣਾ। ਪੰਜਾਬ ਦੀ ਧਰਤੀ ਤੇ ਜਾ ਕੇ ਕਹੀਏ ਮੈਨੂੰ 10,000 ਮੈਂ ਦਿਨਾਂ ਤੇ ਆਨੰਦ ਚਾਹੀਦਾ, ਦੁਨੀਆ ਦੇ ਵਿੱਚ ਮੰਗਿਆ ਤੁਹਾਨੂੰ ਕਿਤੇ ਵੀ ਆਨੰਦ ਨਹੀਂ ਮਿਲਣਾ। ਕਿਉਂਕਿ ਪਾਤਸ਼ਾਹ ਦੀ ਬਾਣੀ ਆਪਾਂ ਪੜ੍ਹਦੇ ਹਾਂ, ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ, ਉੱਤਰ ਪ੍ਰਸ਼ਨ ਲਿਖਣ ਵਾਲੇ ਲਿਖਦੇ ਨੇ ਕਿ ਭਗਤ ਜੀ ਨੂੰ ਇੱਕ ਪੰਡਤ ਕਹਿੰਦਾ ਕਿ ਕਬੀਰ ਸਾਹਿਬ ਜੀ, ਤੁਹਾਡੇ ਚਿਹਰੇ ਦੇ ਉੱਪਰ ਜਲਾਲ, ਤੁਹਾਡੇ ਬੋਲਾਂ ਦੀ ਮਿਠਾਸ, ਇਹ ਜਿਹੜਾ ਆਨੰਦ ਹੈ ਨਾ, ਇਹ ਆਨੰਦ ਇਉਂ ਕਰੋ ਤੁਸੀਂ ਮੇਰੇ ਤੋਂ ਮਾਇਆ ਲੈ ਲਓ, 2 ਥੈਲੀਆਂ ਲੈ ਲਓ, 4 ਲੈ ਲਓ, ਪਰ ਇਹ ਆਨੰਦ ਮੈਨੂੰ ਦੇ ਸਕਦੇ ਹੋ। ਤੇ ਭਗਤ ਕਬੀਰ ਸਾਹਿਬ ਜੀ ਨੇ ਜੋ ਸੰਸਾਰ ਨੂੰ ਸਿੱਖਿਆ ਦਿੱਤੀ, ਕੱਲੀ ਉਸ ਪੰਡਤ ਨੂੰ ਨਹੀਂ, ਪੂਰੀ ਦੁਨੀਆ ਨੂੰ ਸਿੱਖਿਆ ਕੀ ਦਿੱਤੀ? ਉਹ ਕਹਿੰਦੇ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ RAM ਲਿਆ ਹੈ ਮੋਲ। ਸੋਨੇ ਚਾਂਦੀ ਦੇ ਵੱਟੇ ਰੱਬ ਨਹੀਂ ਮਿਲਦਾ, ਰੱਬ ਦੀ ਕੀਮਤ ਹੈ ਪ੍ਰੇਮ, ਰੱਬ ਦੀ ਭੇਟਾ ਹੈ ਪਿਆਰ। ਧਨ ਦੌਲਤ ਦੇ ਨਾਲ ਕਹਿੰਦੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਤੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਚੌ ਬੋਲੇ ਬਾਣੀ ਵਿੱਚ ਜ਼ਿਕਰ ਕੀਤਾ ਹੈ। ਉਹ ਕਹਿੰਦੇ ਸੰਮਨ ਜੋ ਇਸ ਪ੍ਰੇਮ ਕੀ, ਦਮ ਕਿਉ ਹੋਤੀ ਸਾਟ,
ਸਾਟ ਦੇ ਅਰਥ ਹੁੰਦੇ ਨੇ ਵੱਟਾ ਸੱਟਾ ਕਰਨਾ, ਦਮ ਦੇ ਅਰਥ ਨੇ ਪੈਸੇ। ਕਹਿੰਦੇ ਸੰਮਨ ਜੋ ਇਸ ਪ੍ਰੇਮ ਕੀ, ਦਮ ਕੇ ਹੋਤੀ ਸਾਟ, ਰਾਵਨ ਹੁੰਤੇ ਸੋ ਰੰਕ ਨੇ ਜਿਨ ਸਿਰ ਦੀਨੇ ਕਾਟ। ਉਪਦੇਸ਼ ਦਿੱਤਾ ਖਲਕਤ ਨੂੰ, ਕਹਿੰਦੇ ਜੇ ਮਾਲਕ ਵਾਹਿਗੁਰੂ ਸੋਨੇ ਚਾਂਦੀ ਵੱਟੇ ਮਿਲਦਾ ਤਾਂ ਰਾਵਣ ਦੀ ਸਾਰੀ ਲੰਕਾ ਸੋਨੇ ਚਾਂਦੀ ਦੀ ਸੀ। ਉਹ ਤਾਂ ਰੱਬ ਨੂੰ, ਮਾਲਕ ਨੂੰ ਤਿਜੋਰੀ ਵਿੱਚ, ਸੋਨੇ ਦੀ ਤਿਜੋਰੀ ਵਿੱਚ ਬੰਦ ਕਰਕੇ ਜਿੰਦਰਾ ਵੀ ਉਹ ਸੋਨੇ ਦਾ ਹੀ ਲਾ ਲੈਂਦਾ, ਆਪਣਾ ਉਹਨੂੰ ਬਣਾ ਲੈਂਦਾ। ਪਰ ਸਤਿਗੁਰੂ ਜੀ ਕਹਿੰਦੇ ਨਹੀਂ, ਕਹਿੰਦੇ ਜਦੋਂ ਉਹਨਾਂ ਨੇ ਆਪਣੇ ਮਾਲਕ ਨੂੰ, ਪਰਮਾਤਮਾ ਨੂੰ ਕਹਿ ਲਓ, ਜੋ ਜਿਹਨੂੰ ਉਹ ਮੰਨਦਾ ਸੀ, ਤੇ ਸਤਿਗੁਰਾਂ ਨੇ ਇਸ਼ਾਰਾ ਕੀਤਾ, ਕਹਿੰਦੇ ਉਹਨੂੰ ਮਨਾਉਣ ਲਈ ਵੀ ਰਾਵਣ ਨੂੰ ਆਪਣਾ ਸਿਰ ਵੱਢ ਕੇ ਦੇਣਾ ਪਿਆ। ਉਹ ਸਿਰ ਦੁਬਾਰੇ ਜੁੜਿਆ ਜਾਂ ਨਹੀਂ, ਇਹ ਵੱਖਰਾ ਸਬਜੈਕਟ ਹੈ। ਪਰ ਇੱਥੇ ਜੇ ਅਧਿਆਤਮਕ ਅਰਥ ਕਰੀਏ, ਮੇਰੇ ਖਿਆਲ 'ਚ ਰਾਵਣ ਨੇ ਆਪਣੀ ਹਉਮੈ ਰੂਪ ਸਿਰ, ਹੰਕਾਰ ਆਪਣੇ ਇਸ਼ਟ ਅੱਗੇ ਭੇਟ ਕੀਤਾ, ਤਾਂ ਉਹਦੀਆਂ ਖੁਸ਼ੀਆਂ ਮਿਲੀਆਂ। ਤੋ ਪਾਤਸ਼ਾਹ ਜੀ ਕਹਿੰਦੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਤੇਰੇ ਘਰ ਦੇ ਵਿੱਚ ਉਹ ਕਿਹੜੀ ਚੀਜ਼ ਹੈ ਜਿਹੜੀ ਨਹੀਂ। ਮੁਗਲ ਸਮਰਾਟ ਬਾਦਸ਼ਾਹ ਜਹਾਂਗੀਰ, ਕੱਲ ਆਪਾਂ ਅਰਜ਼ ਕੀਤੀ ਸੀ, ਇਸ ਪੰਕਤੀ ਦੇ ਨਾਲ ਇਹ ਇਤਿਹਾਸ ਕੁਝ ਮੇਲ ਖਾਂਦਾ ਹੈ। ਮੁਗਲ ਸਮਰਾਟ ਬਾਦਸ਼ਾਹ ਜਹਾਂਗੀਰ ਜਦੋਂ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਰਾਜ ਕਰ ਰਿਹਾ ਹੈ, ਆਪਣੀ ਹਕੂਮਤ ਦਾ ਉਹ ਸਿੱਕਾ ਚਲਾ ਰਿਹਾ ਹੈ, ਤੇ ਉਹਦੀ ਮਿੱਤਰਤਾ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਾਲ ਪਈ। ਗੁਰੂ ਸਾਹਿਬ ਜੀ ਦਾ ਉਹ ਦਿਲੋਂ ਸ਼ਰਧਾਲੂ ਬਣਿਆ। ਗੁਰੂ ਸਾਹਿਬ ਦੇ ਜਦੋਂ ਉਹਨੇ ਦਰਸ਼ਨ ਕੀਤੇ ਤਾਂ ਉਹ ਜਦੋਂ ਵੀ ਕਿਤੇ ਵੀ ਜਾਂਦਾ ਤਾਂ ਗੁਰੂ ਸਾਹਿਬ ਜੀ ਨੂੰ ਨਾਲ ਲੈ ਕੇ ਜਾਂਦਾ। ਇੱਕ ਬੰਨੇ ਉਹ ਆਪਣਾ ਤੰਬੂ ਲਾਉਂਦਾ, ਇੱਕ ਬੰਨੇ ਉਹ ਗੁਰੂ ਸਾਹਿਬ ਜੀ ਦਾ, ਜਿਹਨੂੰ ਆਪਾਂ ਸ਼ਾਇਮਾਨ ਕਹਿੰਦੇ ਆ, ਕਨਾਤਾਂ ਕਹਿ ਲਓ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜਾਂਦੇ, ਪਰ ਜਹਾਂਗੀਰ ਨੇ ਇਹ ਵੀ ਐਲਾਨੀਆਂ ਗੱਲ ਕਹਿ ਦਿੱਤੀ, ਇਹ ਗੱਲ ਹੈ ਆਗਰੇ ਦੀ, ਜੋ ਵਿਦਵਾਨ ਲਿਖਦੇ ਨੇ। ਜਦੋਂ ਇਹ ਤੰਬੂ ਲਗਾਇਆ ਗਿਆ ਤੇ ਜਹਾਂਗੀਰ ਕਹਿੰਦਾ ਆਪਣੇ ਅਹਿਲਕਾਰਾਂ ਨੂੰ ਕਿ ਕੋਈ ਵੀ ਆਵੇ ਮੇਰੇ ਦਰਬਾਰ ਦੇ ਵਿੱਚ, ਕਿਸੇ ਨੂੰ ਰੋਕਣਾ ਨਹੀਂ, ਮਨਾ ਨਹੀਂ ਕਰਨਾ। ਉਹ ਆਪਣੇ ਦਿਲ ਦੀ, ਮਨ ਦੀ ਗੱਲ ਉਹ ਕਹਿ ਸਕਦਾ ਹੈ, ਉਹ ਫਰਿਆਦ ਕਰ ਸਕਦਾ ਹੈ। ਕਿ ਅੱਜ ਦੇ ਬਾਦਸ਼ਾਹ ਇੱਥੇ 6-6 ਮਹੀਨੇ ਮੇਰੇ ਖਿਆਲ 'ਚ ਹੁਣ ਹੋ ਜਾਣੇ ਨੇ, ਕਿਸਾਨ ਵੀਰਾਂ ਭਰਾਵਾਂ ਨੂੰ, ਸਾਰਿਆਂ ਨੂੰ ਬੈਠਿਆਂ ਨੂੰ, ਤੇ ਤੁਸੀਂ ਦੇਖ ਹੀ ਰਹੇ ਹੋ। ਉਹਨੇ ਇਹ ਤਾਂ ਕੀ ਕਹਿਣਾ, ਆ ਕੇ ਮਿਲੋ। ਉਹ ਕਹਿੰਦਾ ਤੁਸੀਂ ਜਾਓ, ਮਾਂ ਦੇ ਪੁੱਤ ਨੇ ਉੱਥੇ ਕੇਲੀ ਗੱਡ ਤੇ ਵੀ ਟਾਇਰ ਪੈਂਚਰ ਹੋ ਜਾਣ ਗੱਡੀਆਂ ਦੇ, ਵੀ ਕੋਈ ਆਵੇ ਨਾ। ਇਹ ਕੋਈ ਬਾਦਸ਼ਾਹ? ਪਰ ਜਹਾਂਗੀਰ ਬਾਦਸ਼ਾਹ ਕਹਿੰਦਾ ਵੀ ਮੇਰੇ ਦਰਬਾਰ ਵਿੱਚ ਕੋਈ ਆਵੇ, ਫਰਿਆਦ ਲੈ ਕੇ ਉਹਨੂੰ ਮੋੜਨਾ ਨਹੀਂ, ਉਹ ਆਪਣੇ ਦਿਲ ਦੀ ਗੱਲ ਕਹਿ ਸਕਦਾ ਹੈ। ਇਹਨਾਂ ਮੁਲਕਾਂ ਵੀ ਤੁਸੀਂ ਰਹਿੰਦੇ ਹੋ, ਇੱਥੇ ਜਦੋਂ ਵੀ ਤੁਹਾਨੂੰ ਕੋਈ ਤਕਲੀਫ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਤੇ ਆਪਾਂ ਉਹ ਸਭ ਕੁਝ ਕਰ ਸਕਦੇ ਹਾਂ। ਸਨ ਫਰਾਂਸਿਸਕੋ ਆਪਾਂ ਜਾਂਦੇ ਹਾਂ, ਪੰਜਾਬੀ ਇਕੱਠੇ ਹੋ ਕੇ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ ਸਾਂ, ਹੁਣ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਤੰਬੂ ਲੱਗਾ ਤੇ ਇਧਰੋਂ ਕੰਨਾਂ ਦੇ ਵਿੱਚ ਇੱਕ ਘਾਹੀ ਹੈ, ਉਹਦੇ ਆਵਾਜ਼ ਪਈ। ਉਹ ਸ਼ਹਿਰੋਂ ਬਾਹਰ ਨਿਕਲਿਆ ਮਜ਼ਦੂਰੀ ਕਰਕੇ, ਤੇ ਜਦੋਂ ਬਾਹਰ ਨਿਕਲਿਆ ਲੋਕਾਂ ਨੇ ਆਖਿਆ ਸੱਚੇ ਪਾਤਸ਼ਾਹ ਆਏ ਨੇ, ਸੱਚੇ ਪਾਤਸ਼ਾਹ। ਜਿਹੜਾ ਮਰਜੀ ਉਹਨਾਂ ਦੀ ਸ਼ਰਨ ਵਿੱਚ ਚਲਿਆ ਜਾਏ, ਉਹ ਤੇ ਅੰਤਰਜਾਮੀ ਜਾਣੈ ਬਿਨ ਬੋਲ ਤੇ ਆਪ ਪਛਾਨੈ। ਉਹ ਅੰਦਰ ਦੀ ਜਾਣਦਾ, ਬਿਨਾਂ ਬੋਲਿਆਂ ਜਾਣ ਲੈਂਦਾ ਹੈ। ਦੱਸਣ ਦੀ ਲੋੜ ਨਹੀਂ, ਅਨ ਬੋਲਤ ਮੇਰੀ ਬਿਰਥਾ ਜਾਨੀ। ਆਪਣਾ ਨਾਮ ਜਪਾਇਆ, ਉਹਦੇ ਜਦੋਂ ਕੰਨਾਂ ਵਿੱਚ ਆਵਾਜ਼ ਪਈ, ਉਹਨੇ ਕੁਝ ਕੁ ਮਾਇਆ ਟਕਾ ਕਹਿ ਲਓ, ਤੇ ਉਹ ਤੁਰਿਆ। ਅਖੀਰ ਤੁਰਿਆ ਜਾ ਰਿਹਾ, ਰਸਤੇ ਦੇ ਵਿੱਚ ਉਹਨੂੰ ਇੱਕ ਫਕੀਰ ਮਿਲਦਾ ਹੈ। ਸਾਖੀ ਬੜੀ ਦਫਾ ਆਪਾਂ ਸੁਣੀ ਹੈ, ਪਰ ਇਹ ਲਿਖਤ ਬੜੀ ਬਾ ਕਮਾਲ ਦੀ ਕਿਸੇ ਵਿਦਵਾਨ ਨੇ ਵਿੱਚ ਦਰਜ ਕੀਤੀ ਹੈ। ਕਹਿੰਦੇ ਅਸਲੀ ਇਤਿਹਾਸ ਇਹ ਹੈ, ਕਹਿੰਦੇ ਉਹ ਫਕੀਰ ਤੁਰਿਆ